सत श्री अकाल जी। मैं गुरमीत सिंह वोकेशनल मास्टर गवर्नमेंट सीनियर सैकेंडरी स्कूल रूड़े के कलां बरनाला तो है। अज का जिहड़ा मेरा TLM है वो सैमी कंडक्टर डायट के उपर है, जिन्हों आप PN जंक्शन के नाम नाल भी जानते हैं। ये मेरा TLM है जिहड़ा वो स्टेट टीचर फेस्ट के विचों सैकेंड पोजीशन ते रहा सीगा। ते हुण मैं तुहानूं एक्सप्लेन करन जा रहा कि जिहड़े साडे कोल विद्यार्थी आउंदे ने 12वीं और 11वीं क्लास दे विच, ਤਾਂ ਉਹਨਾਂ ਨੂੰ ਜੇ ਅਸੀਂ ਮੋਟਰ ਬਾਰੇ ਪੜ੍ਹਾਉਂਦੇ ਆ ਜਾਂ DC ਸਿੰਗਲ ਲੂਪ ਮੋਟਰ ਬਾਰੇ ਪੜ੍ਹਾਉਂਦੇ ਆ ਜਾਂ ਫੈਨਜ ਬਾਰੇ ਦੱਸਦੇ ਆ ਤਾਂ ਬਹੁਤ ਹੀ ਇੰਟਰਸਟ ਨਾਲ ਰੁਚੀ ਲੈ ਕੇ ਉਹ ਪੜ੍ਹਾਈ ਕਰਦੇ ਨੇ। ਪਰੰਤੂ ਜਦੋਂ ਇਲੈਕਟ੍ਰੋਨਿਕਸ ਦਾ ਪਾਰਟ ਸ਼ੁਰੂ ਹੁੰਦਾ ਹੈ, ਜਿਹੜੀ ਕਿ ਅਸੀਂ ਡਾਇਟ ਦੇ ਉੱਤੇ ਆਉਂਦੇ ਆ, ਤਾਂ ਉਹਨਾਂ ਦੀ ਜਿਹੜੀ ਰੁਚੀ ਹੈ ਉਹ ਘਟ ਜਾਂਦੀ ਹੈ। ਉਹਨਾਂ ਦੀ ਰੁਚੀ ਨੂੰ ਕ੍ਰੀਏਟ ਕਰਨ ਵਾਸਤੇ, ਹੋਰ ਇਨਕਰੀਜ਼ ਕਰਨ ਵਾਸਤੇ ਮੈਂ ਇਹ ਫਲੈਸ਼ ਕਾਰਡ ਬਣਾਏ ਨੇ। ਜਿਵੇਂ ਪਹਿਲਾ ਫਲੈਸ਼ ਕਾਰਡ ਹੈ। ਇਸ ਪਹਿਲੇ ਫਲੈਸ਼ ਕਾਰਡ ਦੇ ਵਿੱਚ ਜਿਹੜਾ PN ਜੰਕਸ਼ਨ ਹੈ ਇੱਕ ਸੋਲਿਡ ਸਟੇਟ ਸੈਮੀਕੰਡਕਟਰ ਡਿਵਾਈਸ ਹੈ, ਜਿਹਨੂੰ ਕਿ 2 P ਟਾਈਪ ਅਤੇ N ਟਾਈਪ ਕ੍ਰਿਸਟਲ ਪਦਾਰਥਾਂ ਦੁਆਰਾ ਜੋੜ ਕੇ ਬਣਾਇਆ ਜਾਂਦਾ ਹੈ। ਇੱਕ ਵਿਸ਼ੇਸ਼ ਵਿਧੀ ਰਾਹੀਂ ਇਹਨਾਂ ਨੂੰ ਜੋੜਿਆ ਜਾਂਦਾ ਹੈ। P ਦੇ ਉੱਤੇ ਐਨੋਡ ਤੇ N ਦੇ ਉੱਤੇ ਕੈਥੋਡ ਦੇ ਟਰਮੀਨਲ ਮੰਨੇ ਜਾਂਦੇ ਨੇ। ਤੇ ਦੂਸਰੇ ਪਾਸੇ ਆ ਗਿਆ ਇਹਦਾ ਇਲੈਕਟ੍ਰੋਨ ਡਰਾਇੰਗ ਦੇ ਵਿੱਚ ਸਿੰਬਲ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ, ਇਹ ਅਸੀਂ ਉਹਦਾ ਸਿੰਬਲ ਬਣਾਇਆ। ਤੀਸਰਾ ਆ ਗਿਆ ਐਕਚੁਅਲ ਫਿਜ਼ੀਕਲ, ਇਹ ਦੇਖਣ ਵਿੱਚ ਕਿੱਦਾਂ ਦਿਖਦਾ ਹੈ, ਫਿਜ਼ੀਕਲ ਜਿਹੜਾ ਡੈਡ ਹੈ ਉਹ ਕਿਸ ਤਰ੍ਹਾਂ ਦਿਖਦਾ ਹੈ, ਇਹ ਹੈ। ਤੇ ਉਸ ਤੋਂ ਅੱਗੇ ਇਹਦੀ ਵਰਕਿੰਗ ਆ ਗਈ। ਜਦੋਂ P ਤੇ N ਟਾਈਪ ਪਦਾਰਥ ਨੂੰ ਅਸੀਂ ਇੱਕ ਵਿਸ਼ੇਸ਼ ਵਿਧੀ ਰਾਹੀਂ ਜੁਆਇੰਟ ਕਰਦੇ ਹਾਂ ਤਾਂ ਇਹਦੇ ਵਿਚਕਾਰ ਇੱਕ ਡਿਫਲੀਸ਼ੇਸ਼ਨ ਲੇਅਰ ਪੈਦਾ ਹੋ ਜਾਂਦੀ ਹੈ। ਭਾਵ ਜਦੋਂ ਇਹਦੇ ਤੇ ਕੋਈ ਵੋਲਟੇਜ ਨਹੀਂ ਹੁੰਦੀ ਤਾਂ N ਟਾਈਪ ਪਦਾਰਥ ਇਸ ਦੇ ਇਲੈਕਟ੍ਰੋਨ ਇਸ ਜਗ੍ਹਾ ਤੇ ਆਪਣਾ ਨੈਗੇਟਿਵ ਚਾਰਜ ਕ੍ਰੀਏਟ ਕਰਦੇ ਨੇ ਤੇ P ਟਾਈਪ ਦੇ ਹੋਲਜ ਇਸ ਜਗ੍ਹਾ ਦੇ ਉੱਤੇ ਆਪਣਾ ਪੋਜ਼ਿਟਿਵ ਚਾਰਜ ਕ੍ਰੀਏਟ ਕਰਦੇ ਨੇ। ਤੇ ਇਹਨਾਂ ਦੇ ਵਿਚਕਾਰ ਇੱਕ ਡਿਫਲੀਸ਼ੇਸ਼ਨ ਲੇਅਰ ਪੈਦਾ ਹੋ ਜਾਂਦੀ ਹੈ, ਇੱਕ ਬੈਰੀਅਰ ਵੋਲਟੇਜ ਪੈਦਾ ਹੋ ਜਾਂਦੀ ਹੈ। ਉਸ ਬੈਰੀਅਰ ਵੋਲਟੇਜ ਨੂੰ ਕ੍ਰਾਸ ਕਰਨ ਵਾਸਤੇ ਅਸੀਂ ਇੱਥੇ ਵੋਲਟੇਜ ਸਪਲਾਈ ਦਿੰਦੇ ਹਾਂ। ਜਦੋਂ ਵੋਲਟੇਜ ਸਪਲਾਈ ਇੱਥੇ ਚੱਲਦੀ ਹੈ ਬੈਟਰੀ ਦੇ ਉੱਤੇ ਜਾਊਗੀ ਤਾਂ ਇਹ ਬੈਰੀਅਰ ਵੋਲਟੇਜ ਤੋਂ ਅਬਵ ਹੋਣ ਤੋਂ ਬਾਅਦ ਜਿਹੜੇ ਇਲੈਕਟ੍ਰੋਨ ਨੇ ਉਹ ਇੱਧਰ ਜੰਪ ਕਰਨਗੇ ਔਰ ਹੋਲਜ ਇਸ N ਸਾਈਡ ਦੇ ਵੱਲ ਜੰਪ ਕਰਨਗੇ। ਇਸ ਫਲੈਸ਼ ਕਾਰਡ ਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਡਾਇਡ ਹੈ ਉਹ ਦੋ ਤਰ੍ਹਾਂ ਦੀਆਂ ਹੁੰਦਾ, ਜਾਂ ਕਿ ਦੋ ਕਿਸਮਾਂ ਦੇ ਹੁੰਦੇ ਨੇ, ਇੱਕ ਫਾਰਵਰਡ ਵਾਇਸਿੰਗ ਤੇ ਦੂਸਰਾ ਰਿਵਰਸ ਵਾਇਸਿੰਗ। ਤੇ ਜਿਹੜੇ ਡਾਇਡ ਨੇ ਉਹ ਇੱਕ ਨਾਨ ਰਿਟਰਨੇਬਲ ਬਾਲਬ ਦੀ ਤਰ੍ਹਾਂ ਕੰਮ ਕਰਦੇ ਨੇ। ਭਾਵ ਜਿਵੇਂ ਆਪਾਂ ਕਿਸੇ ਪਾਈਪ ਦੇ ਵਿੱਚ NRV ਲੱਗਿਆ ਹੁੰਦਾ ਹੈ ਤਾਂ ਉਹ ਗੈਸ ਜਾਂ ਪਾਣੀ ਦੀ ਸਪਲਾਈ ਨੂੰ ਸਿਰਫ ਇੱਕੋ ਡਾਇਰੈਕਸ਼ਨ ਵੱਲ ਜਾਣ ਦਿੰਦਾ ਹੈ, ਉਸੇ ਤਰ੍ਹਾਂ ਜਿਹੜਾ ਇਹ ਡਾਇਡ ਹੈ ਇਹ ਕਰੰਟ ਨੂੰ ਵੀ ਸਿਰਫ ਇੱਕੋ ਦਿਸ਼ਾ ਵੱਲ ਪਾਸ ਕਰਦਾ ਹੈ। ਭਾਵ ਵੀ ਜੇਕਰ ਇੱਥੇ ਅਸੀਂ ਪੋਜ਼ਿਟਿਵ ਸਪਲਾਈ ਦਿੰਦੇ ਹਾਂ ਤਾਂ ਸਾਨੂੰ ਇਸ ਸਾਈਡ ਤੇ ਪਾਸ ਹੋ ਕੇ ਮਿਲੂਗੀ ਪੋਜ਼ਿਟਿਵ ਸਪਲਾਈ ਕਿਸੇ ਰੈਜ਼ਿਸਟੈਂਸ ਦੇ ਥਰੂ ਕਿਸੇ ਸਰਕਟ ਦੇ ਵਿੱਚ। ਜੇਕਰ ਅਸੀਂ ਇੱਥੇ ਨੈਗੇਟਿਵ ਸਪਲਾਈ ਦਿੰਦੇ ਹਾਂ, ਨੈਗੇਟਿਵ ਪੋਲੈਰਿਟੀ ਦਿੰਦੇ ਹਾਂ ਤਾਂ ਉਹ ਸਾਨੂੰ ਅੱਗੇ ਪਾਸ ਨਹੀਂ ਕਰਕੇ ਦਿੰਦਾ। ਤੇ ਇਹਦੀ ਜਿਹੜੀ ਵਰਕਿੰਗ ਹੈ ਉਹ ਅੱਗੇ ਆਪਾਂ ਨੈਕਸਟ ਚਾਰਟ ਦੇ ਵਿੱਚ ਐਕਸਪਲੇਨ ਕਰਦੇ ਹਾਂ। ਇਸ ਫਲੈਸ਼ ਕਾਰਡ ਦੇ ਵਿੱਚ ਜਿਹੜਾ PN ਜੰਕਸ਼ਨ, ਸਭ ਤੋਂ ਪਹਿਲਾਂ ਆਪਾਂ ਫਾਰਵਰਡ ਵਾਇਸਿੰਗ ਦੀ ਗੱਲ ਕਰਦੇ ਹਾਂ। ਫਾਰਵਰਡ ਵਾਇਸਿੰਗ ਦੇ ਵਿੱਚ ਕੀ ਹੈ ਵੀ ਜਿਹੜਾ P ਟਾਈਪ ਮਟੀਰੀਅਲ ਹੈ ਉਹਨੂੰ ਅਸੀਂ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਜੋੜਦੇ ਹਾਂ ਤੇ N ਟਾਈਪ ਮਟੀਰੀਅਲ ਨੂੰ ਅਸੀਂ ਬੈਟਰੀ ਦੇ ਨੈਗੇਟਿਵ ਟਰਮੀਨਲ ਜੋੜਦੇ ਹਾਂ। ਜਦੋਂ ਅਸੀਂ ਐਨੋਡ ਨੂੰ ਪੋਜ਼ਿਟਿਵ ਟਰਮੀਨਲ ਨਾਲ ਜੋੜ ਕੇ ਸਪਲਾਈ ਦਿੰਦੇ ਹਾਂ ਤਾਂ ਜਿਹੜੀ ਇਹ ਸਪਲਾਈ ਹੈ ਇਹ ਹੋਲਜ ਨੂੰ ਢੱਕਦੀ ਹੈ, ਕਿਹਦੇ ਵੱਲ? ਡਿਫਲੀਸ਼ੇਸ਼ਨ ਲੇਅਰ ਵੱਲ। ਇਸ ਤੋਂ ਉਲਟ ਜਿਹੜੇ ਇਲੈਕਟ੍ਰੋਨਸ ਨੇ ਉਹ ਡਿਫਲੀਸ਼ੇਸ਼ਨ ਲੇਅਰ ਵੱਲ ਨੈਗੇਟਿਵ ਸਪਲਾਈ ਹੋਣ ਕਰਕੇ ਧੱਕੇ ਜਾਂਦੇ ਨੇ ਤੇ ਦੋਨੇ ਪਾਸਿਓਂ ਜਿਹੜਾ ਪੁਸ਼ ਹੋ ਜਾਂਦਾ ਹੈ ਡਿਫਲੀਸ਼ੇਸ਼ਨ ਲੇਅਰ ਵੱਲ। ਤੇ ਜਿਹੜੀ ਡਿਫਲੀਸ਼ੇਸ਼ਨ ਲੇਅਰ ਹੈ ਉਹ ਬਹੁਤ ਜ਼ਿਆਦਾ ਥਿਨ ਹੋ ਜਾਂਦੀ ਹੈ ਦੋਨੋਂ ਪਾਸੇ ਪ੍ਰੈਸ਼ਰ ਪੈਣ ਕਰਕੇ। ਤੇ ਜਿਹੜੇ ਇਲੈਕਟ੍ਰੋਨ ਤੇ ਹੋਲਜ ਨੇ ਉਹ ਇੱਕ ਦੂਜੇ ਦੇ ਉਲਟ ਦਿਸ਼ਾ ਵੱਲ ਜੰਪ ਕਰਦੇ ਨੇ, ਜਿਹਦੇ ਨਾਲ ਸਾਡਾ ਜਿਹੜਾ ਕਰੰਟ ਹੈ ਉਹ ਫਲੋ ਕਰਨਾ ਸ਼ੁਰੂ ਕਰ ਜਾਂਦਾ ਹੈ। ਇਸ ਤੋਂ ਉਲਟ ਜਿਹੜੀ ਰਿਵਰਸ ਵਾਇਸਿੰਗ ਹੈ ਉਹਦੇ ਵਿੱਚ ਅਸੀਂ P ਟਾਈਪ ਮਟੀਰੀਅਲ ਨੂੰ ਜੋੜਾਂਗੇ ਬੈਟਰੀ ਦੇ ਨੈਗੇਟਿਵ ਟਰਮੀਨਲ ਅਤੇ N ਟਾਈਪ ਯਾਨੀ ਕਿ ਕੈਥੋਡ ਨੂੰ ਜੋੜਾਂਗੇ ਬੈਟਰੀ ਦੇ ਪੋਜ਼ਿਟਿਵ ਟਰਮੀਨਲ। ਜਦੋਂ ਅਸੀਂ ਇਹਨੂੰ ਪੋਜ਼ਿਟਿਵ ਟਰਮੀਨਲ ਜੋੜਦੇ ਹਾਂ ਕੈਥੋਡ ਨੂੰ ਤਾਂ ਜਿਹੜੇ ਇਲੈਕਟ੍ਰੋਨ ਨੇ ਉਹ ਡਿਫਲੀਸ਼ੇਸ਼ਨ ਲੇਅਰ ਤੋਂ ਰਿਪੈਲ ਕਰ ਜਾਂਦੇ ਨੇ। ਤੇ ਇਸ ਤੋਂ ਉਲਟ ਜਿਹੜੇ ਹੋਲਜ ਨੇ ਉਹ ਵੀ ਜਿਹੜੇ ਡਿਫਲੀਸ਼ੇਸ਼ਨ ਲੇਅਰ ਤੋਂ ਰਿਪੈਲ ਕਰ ਜਾਂਦੇ ਨੇ। ਇਟ ਮੀਨ ਜਿਹੜੀ ਡਿਫਲੀਸ਼ੇਸ਼ਨ ਲੇਅਰ ਹੈ ਇਹ ਤੇ ਪ੍ਰੈਸ਼ਰ ਨਾ ਹੋਣ ਕਰਕੇ ਇਹ ਵਾਈਡ ਹੋ ਜਾਂਦੀ ਹੈ ਤੇ ਜਿਹੜੇ ਸਾਡੇ ਇਲੈਕਟ੍ਰੋਨ ਨੇ ਉਹ ਇੱਕ ਦੂਜੇ ਵੱਲ ਜੰਪ ਨਹੀਂ ਕਰਦੇ ਔਰ ਨਾ ਹੀ ਹੋਲਜ ਜੰਪ ਕਰਦੇ ਨੇ ਤੇ ਨਾ ਹੀ ਇਲੈਕਟ੍ਰੋਨ ਜੰਪ ਕਰਦੇ ਨੇ। ਇਟ ਮੀਨ ਜਿਹੜਾ ਸਾਡਾ ਕਰੰਟ ਹੈ ਉਹ ਫਲੋ ਨਹੀਂ ਕਰੂਗਾ। ਫਾਰਵਰਡ ਵਾਇਸਿੰਗ ਦੇ ਵਿੱਚ ਸਾਡਾ ਜਿਹੜਾ ਕਰੰਟ ਹੈ ਉਹ ਵੋਲਟੇਜ ਦੇ ਉਲਟ ਦਿਸ਼ਾ ਵੱਲ ਫਲੋ ਕਰਦਾ ਹੈ, ਯਾਨੀ ਕਿ ਜਿਹੜੇ ਇਲੈਕਟ੍ਰੋਨ ਨੇ ਉਹ ਇੱਧਰ ਨੂੰ ਫਲੋ ਕਰਨਗੇ ਤੇ ਜਿਹੜੀ ਸਾਡੀ ਵੋਲਟੇਜ ਹੈ ਉਹ ਇੱਧਰ ਨੂੰ ਫਲੋ ਕਰੂਗੀ। ਤੇ ਇਹਦੇ ਵਿੱਚ ਸਾਡੇ ਕੋਲ ਜਿਹੜਾ ਕਰੰਟ ਹੈ ਰਿਵਰਸ ਵਾਇਸਿੰਗ ਦੇ ਵਿੱਚ ਫਲੋ ਨਹੀਂ ਕਰਦਾ। ਇਹ ਤੋਂ ਸਿੱਧਾ ਹੈ ਵੀ ਜਿਹੜਾ ਸਾਡੇ ਕੋਲ PN ਜੰਕਸ਼ਨ ਹੈ ਉਹ ਫਾਰਵਰਡ ਵਾਇਸਿੰਗ ਦੇ ਵਿੱਚ ਹੀ ਕੰਮ ਕਰਦਾ ਹੈ, ਰਿਵਰਸ ਵਾਇਸਿੰਗ ਦੇ ਵਿੱਚ ਕੰਮ ਨਹੀਂ ਕਰਦਾ। ਹੁਣ ਅਸੀਂ ਜਿਹੜੀ ਡਾਇਡ ਹੈ ਉਹਦੀ ਫਾਰਵਰਡ ਤੇ ਰਿਵਰਸ ਵਾਇਸਿੰਗ
ਚੈੱਕ ਕਰਦੇ ਹਾਂ ਪ੍ਰੈਕਟੀਕਲੀ ਕਿਵੇਂ ਚੈੱਕ ਕਰਾਂਗੇ। ਜਿਵੇਂ ਮੇਰੇ ਕੋਲ ਇੱਕ ਮਲਟੀਮੀਟਰ ਹੈ, ਉਹਨੂੰ ਮੈਂ ਡੈਡ ਦੇ ਸਿਗਨਲ ਤੇ ਲੈ ਕੇ ਆਇਆ ਤੇ ਇਸ ਦੇ ਜਿਹੜਾ ਅਨੋਡ ਪਾਰਟ ਹੈ ਉਹਨੂੰ ਅਸੀਂ ਪੋਜ਼ਿਟਿਵ ਸਪਲਾਈ ਦੇਵਾਂਗੇ ਤੇ ਕੈਥੋਡ ਨੂੰ ਅਸੀਂ ਨੈਗੇਟਿਵ ਦੇਵਾਂਗੇ। ਇਹ ਦੇਖੋ ਮੈਂ ਸਪਲਾਈ ਦਿੱਤੀ ਤਾਂ ਮੇਰੇ ਕੋਲੇ ਵੈਲਿਊ ਆ ਗਈ ਹੈ, ਮਲਟੀਮੀਟਰ ਵੈਲਿਊ ਆ ਰਹੀ ਹੈ। ਔਰ ਇਸ ਤੋਂ ਉਲਟ ਜੇਕਰ ਮੈਂ ਇਹਨਾਂ ਨੂੰ ਉਲਟਾ ਸਪਲਾਈ ਦਿੰਦਾ, ਨੈਗੇਟਿਵ ਸਪਲਾਈ ਐਨੋਡ ਤੇ ਦਿੰਦਾ ਤੇ ਕੈਥੋਡ ਦੇ ਤੇ ਦਿੰਦਾ ਮੈਂ ਪੋਜ਼ਿਟਿਵ ਸਪਲਾਈ, ਯਾਨੀ ਕਿ ਰਿਵਰਸ ਬਾਇਸਿੰਗ ਚੈੱਕ ਕਰਦਾ, ਤਾਂ ਇਹ ਮੇਰੇ ਕੋਲ ਓਪਨ ਲੂਪ ਸ਼ੋ ਕਰੂਗਾ। ਮਤਲਬ ਕਿ ਇਹ ਮੇਰੇ ਕੋਲ ਕੋਈ ਸਪਲਾਈ ਪਾਸ ਨਹੀਂ ਕਰ ਰਿਹਾ ਤੇ ਇਹ ਸਿਰਫ ਇੱਕ ਸਾਈਡ ਵੱਲ ਹੀ ਸਪਲਾਈ ਪਾਸ ਕਰ ਰਿਹਾ। ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ ਇਹ ਜਿਹੜਾ ਇੱਕ ਨਾਨ ਰਿਟਰਨੇਬਲ ਵਾਲਵ ਵੱਲ ਵਾਂਗੂ ਕੰਮ ਕਰਦਾ। ਜਿਹੜੀ ਸਪਲਾਈ ਹੈ ਉਹ ਅਨੋਡ ਤੋਂ ਕੈਥੋਡ ਵੱਲ ਹੀ ਟਰਾਂਸਫਰ ਕਰਦਾ ਫਾਰਵਰਡ ਬਾਇਸਿੰਗ ਦੇ ਵਿੱਚ। ਰਿਵਰਸ ਬਾਇਸਿੰਗ ਦੇ ਵਿੱਚ ਇਹ ਸਪਲਾਈ ਪਾਸ ਨਹੀਂ ਕਰਦਾ। ਇਹਦਾ ਪ੍ਰੈਕਟੀਕਲ ਰੂਪ ਦੇ ਵਿੱਚ ਆਪਾਂ ਇਸ ਤਰ੍ਹਾਂ ਦੇਖਾਂਗੇ। ਇਸ ਫਲੈਸ਼ ਕਾਰਡ ਦੇ ਵਿੱਚ ਅਸੀਂ ਟਾਈਪਸ ਆਫ ਡੈਡ ਦੀ ਗੱਲ ਕਰਦੇ ਹਾਂ ਵੀ ਜਿਹੜੇ ਸਾਡੇ ਡੈਡ ਨੇ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਨੇ। ਮੋਸਟਲੀ ਡੈਡ ਸਾਡੇ ਕੋਲ ਬਹੁਤ ਤਰ੍ਹਾਂ ਦੇ ਹੁੰਦੇ ਨੇ, ਲੇਕਿਨ ਜਿਹੜੇ ਸਾਡੇ ਕੋਲ ਜ਼ਿਆਦਾ ਯੂਜ਼ ਹੋ ਰਹੇ ਡੈਡ ਨੇ ਅਸੀਂ ਸਿਰਫ ਇੱਥੇ ਉਹਨਾਂ ਦੀ ਗੱਲ ਕਰਾਂਗੇ। ਜਿਵੇਂ ਸਭ ਤੋਂ ਪਹਿਲਾਂ ਆ ਜਾਂਦਾ ਪਾਵਰ ਡੈਡ। ਪਾਵਰ ਡੈਡ ਦੀ ਸਭ ਤੋਂ ਜ਼ਿਆਦਾ ਵਰਤੋਂ ਹੁੰਦੀ ਹੈ ਸਾਡੇ ਕੋਲ ਰੈਕਟੀਫਾਇਰ ਦੇ ਵਿੱਚ, ਤੇ ਅੱਜ ਕੱਲ੍ਹ ਹਰ ਇੱਕ ਡਿਵਾਈਸ ਦੇ ਵਿੱਚ ਜਿਹੜਾ ਰੈਕਟੀਫਾਇਰ ਹੈ ਪਾਵਰ ਸਪਲਾਈ ਬਣਾਈ ਜਾਂਦੀ ਹੈ। AC ਤੋਂ DC ਬਣਾਉਂਦੇ ਆ ਤਾਂ ਉੱਥੇ ਅਸੀਂ ਇਹਨਾਂ ਡੈਡਾਂ ਦੀ ਵਰਤੋਂ ਕਰਦੇ ਹਾਂ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਜੀਨਰ ਡੈਡ। ਜੀਨਰ ਡੈਡ ਇੱਕ ਅਜਿਹਾ ਡੈਡ ਹੈ ਜਿਹੜਾ ਬ੍ਰੇਕਡਾਊਨ ਰੀਜਨ ਦੇ ਵਿੱਚ ਵੀ ਕੰਮ ਕਰਦਾ ਹੈ ਤੇ ਇਹਨੂੰ ਅਸੀਂ ਆਮ ਤੌਰ ਤੇ ਵੋਲਟੇਜ ਰੈਗੂਲੇਟਰ ਦੇ ਤੌਰ ਦੇ ਉੱਤੇ ਯੂਜ਼ ਕਰਦੇ ਹਾਂ। ਜਿੱਥੇ ਸਾਨੂੰ ਕੋਈ ਕਾਂਸਟੈਂਟ ਵੋਲਟੇਜ ਚਾਹੀਦੀ ਹੈ ਅਸੀਂ ਉੱਥੇ ਜੀਨਰ ਡੈਡ ਲਗਾਉਂਦੇ ਹਾਂ ਤੇ ਬਾਕੀ ਦੀ ਵੋਲਟੇਜ ਨੂੰ ਇਹ ਗਰਾਊਂਡ ਕਰ ਦਿੰਦਾ ਹੈ, ਬ੍ਰੇਕਡਾਊਨ ਹੋਣ ਤੋਂ ਬਾਅਦ ਗਰਾਊਂਡ ਕਰ ਦਿੰਦਾ ਹੈ ਤੇ ਜਿੰਨੀ ਸਾਨੂੰ ਰਿਕਮੈਂਡਡ ਵੋਲਟੇਜ ਚਾਹੀਦੀ ਹੈ ਉਨੀ ਸਾਨੂੰ ਇਹ ਵੋਲਟੇਜ ਅੱਗੇ ਪਾਸ ਕਰਦਾ ਹੈ। ਉਸ ਤੋਂ ਅੱਗੇ ਆ ਗਿਆ ਜੀ ਲੇਜ਼ਰ ਡੈਡ। ਲੇਜ਼ਰ ਡੈਡ ਨੂੰ ਅਸੀਂ ਯੂਜ਼ ਕਰਦੇ ਹਾਂ ਜਿਵੇਂ ਕਿਸੇ ਪਾਰਟੀਕਲ ਪੁਆਇੰਟ ਦੇ ਉੱਤੇ ਅਸੀਂ ਫੋਕਸ ਕਰਨਾ ਹੈ ਤਾਂ ਉੱਥੇ ਅਸੀਂ ਲੇਜ਼ਰ ਡੈਡ ਦੀ ਯੂਜ਼ ਕਰਦੇ ਹਾਂ। ਇਹਦੀ ਬਣਤਰ ਦੇ ਵਿੱਚ ਫਰਕ ਕੀ ਹੈ ਵੀ ਇਹਦੇ ਉੱਪਰ ਇੱਕ ਲੈਂਜ ਲੱਗਿਆ ਹੁੰਦਾ ਹੈ। ਜਿਹੜੇ ਸਾਡੇ ਜਿੰਨੀ ਵੀ ਲੇਜ਼ ਹੈ ਉਹ ਸਾਰੀਆਂ ਲੈਂਜ ਦੇ ਵਿੱਚ ਦੀ ਹੋ ਕੇ ਜਾਂਦੀਆਂ ਨੇ ਤਾਂ ਜਿਹੜੀ ਇਹਦੀ ਫੋਕਸਿੰਗ ਹੈ, ਜਿਹੜੀ ਇਹਦੀ ਲਾਈਟ ਦੀ ਫੋਕਸਿੰਗ ਹੈ ਉਹ ਇੱਧਰ ਉੱਧਰ ਨਹੀਂ ਜਾਂਦੀ, ਸਿਰਫ ਇੱਕ ਪੁਆਇੰਟ ਦੇ ਉੱਤੇ ਜਾ ਕੇ ਹੀ ਲੈਂਜ ਦੇ ਜ਼ਰੀਏ ਇੱਕ ਪੁਆਇੰਟ ਤੇ ਜਾ ਕੇ ਹੀ ਮਿਲਦੀ ਹੈ। ਇਸ ਤੋਂ ਅੱਗੇ ਆ ਗਿਆ ਜੀ ਸਿਗਨਲ ਡੈਡ। ਜਿਹੜੇ ਸਿਗਨਲ ਡੈਡ ਹੁੰਦੇ ਨੇ ਇਹ ਘੱਟ ਕਪੈਸਿਟੀ ਦੇ ਡੈਡ ਹੁੰਦੇ ਨੇ। ਇਹਨਾਂ ਡੈਡਾਂ ਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਕਾਫੀ ਵੱਧ ਹੁੰਦੀ ਹੈ, ਪਰ ਫਾਰਵਰਡ ਬਾਇਸਿੰਗ ਵੇਲੇ ਇਹਨਾਂ ਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਘਟ ਜਾਂਦੀ ਹੈ ਤੇ ਇਹਨਾਂ ਡੈਡਾਂ ਨੂੰ ਜ਼ਿਆਦਾਤਰ ਪੀਕ ਇਨਵਰਸ ਵੋਲਟੇਜ ਹੈ ਜਿਹੜੀ ਰੇਂਜ ਉਹਦੀ ਤਾਂ 30 ਤੋਂ ਲੈ ਕੇ 150 ਵੋਲਟ ਤੱਕ ਹੁੰਦੀ ਹੈ ਤੇ ਫਾਰਵਰਡ ਬਾਇਸਿੰਗ ਦਾ ਜਿਹੜਾ ਕਰੰਟ ਹੈ ਉਹ 40 ਮਿਲੀ ਐਂਪੀਅਰ ਤੋਂ ਲੈ ਕੇ 200 ਮਿਲੀ ਐਂਪੀਅਰ ਦੇ ਵਿਚਕਾਰ ਹੁੰਦਾ ਹੈ। ਉਸ ਤੋਂ ਅੱਗੇ ਆ ਗਿਆ ਜੀ ਫੋਟੋ ਡਾਇਡ। ਜਿਹੜੇ ਫੋਟੋ ਡਾਇਡਸ ਨੇ ਇਹ ਜਦੋਂ ਇਸ ਦੇ ਉੱਪਰ ਲਾਈਟ ਪੈਂਦੀ ਹੈ ਤਾਂ ਇਹਦੇ ਇਲੈਕਟ੍ਰੋਨਸ ਪਾਸ ਹੁੰਦੇ ਨੇ ਤਾਂ ਇਹਦੀ ਸਪਲਾਈ ਪਾਸ ਹੁੰਦੀ ਹੈ। ਤੇ ਦੂਸਰੇ ਸ਼ਬਦਾਂ ਦੇ ਵਿੱਚ ਵੀ ਜਿਹੜਾ P ਤੇ N ਟਾਈਪ ਦੋ ਤਰ੍ਹਾਂ ਦਾ ਪਦਾਰਥ ਹੁੰਦਾ ਹੈ ਤੇ ਜਿਹੜੀ ਡਿਫਲੀਸ਼ੀਏਸ਼ਨ ਲੇਅਰ ਹੈ ਇਹਦੇ ਤੇ ਇੰਟ੍ਰਿੰਸਿਕ ਲੇਅਰ ਦੇ ਉੱਪਰ ਜਦੋਂ ਲਾਈਟ ਪੈਂਦੀ ਹੈ ਤਾਂ ਜਿਹੜੀ ਇਹਦੀ ਵੋਲਟੇਜ ਹੈ ਉਹ ਪਾਸ ਹੋਣਾ ਸ਼ੁਰੂ ਹੋ ਜਾਂਦੀ ਹੈ। ਇਹਨੂੰ ਫੋਟੋ ਡਾਇਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਫਲੈਸ਼ ਕਾਰਡ ਦੇ ਵਿੱਚ ਅਸੀਂ ਅਗਲੇ ਜਿਹੜਾ ਡਾਇਡ ਹੈ ਵੈਕਟਰ ਡਾਇਡ ਦੀ ਗੱਲ ਕਰਦੇ ਹਾਂ। ਜਿਹੜਾ ਵੈਕਟਰ ਡਾਇਡ ਹੈ ਰਿਵਰਸ ਬਾਇਸਿੰਗ ਸਮੇਂ PN ਜੰਕਸ਼ਨ ਦੀ ਤੁਲਨਾ ਵਿੱਚ ਇੱਕ ਕਪੈਸਿਟਰ ਨਾਲ ਕੀਤੀ ਜਾਂਦੀ ਹੈ। ਇਹਦੇ ਵਿੱਚ ਜਿਹੜੇ P ਅਤੇ N ਕਪੈਸਿਟਰ ਹੈ ਜਿਹੜੇ ਉਹ ਪਲੇਟਾਂ ਦੀਆਂ ਤਰ੍ਹਾਂ ਤੌਰ ਤੇ ਕੰਮ ਕਰਦੇ ਨੇ। ਜਿਹੜਾ ਸਪੇਸ ਚਾਰਜ ਹੈ ਇਹਦੇ ਵਿੱਚ ਉਹ ਡਾਇਲੈਕਟ੍ਰਿਕ ਦੇ ਇਨਸੂਲੇਸ਼ਨ ਦੇ ਤੌਰ ਦੇ ਉੱਤੇ ਕੰਮ ਕਰਦਾ ਹੈ। ਜਿਉਂ-ਜਿਉਂ ਰਿਵਰਸ ਬਾਇਸਿੰਗ ਵਧਾਈ ਜਾਂਦੀ ਹੈ ਸਪੇਸ ਚਾਰਜ ਰੀਜਨ ਵੱਡਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਪਲੇਟਾਂ ਦੀ ਦੂਰੀ ਵੱਧਦੀ ਹੈ ਅਤੇ ਕਪੈਸਿਟਰ ਘਟਦੀ ਜਾਂਦੀ ਹੈ, ਕਪੈਸਿਟੈਂਸ ਘਟਦੀ ਜਾਂਦੀ ਹੈ। ਸਿਲੀਕੌਨ ਦੇ ਇਸ ਬਦਲਵੇਂ ਪ੍ਰਭਾਵ ਵਾਲੇ ਕਪੈਸਿਟਰ ਨੂੰ ਵੈਕਟਰ ਡਾਇਡ ਦਾ ਨਾਮ ਦਿੱਤਾ ਗਿਆ ਹੈ। ਨੈਕਸਟ ਹੈ ਲਾਈਟ ਇਮਿਟਿੰਗ ਡਾਇਡ, ਜਿਹਨੂੰ ਅਸੀਂ LED ਦੇ ਨਾਮ ਨਾਲ ਵੀ ਜਾਣਦੇ ਹਾਂ। ਜਦੋਂ PN ਜੰਕਸ਼ਨ ਨੂੰ ਫਾਰਵਰਡ ਬਾਇਸ ਕੀਤਾ ਜਾਂਦਾ ਹੈ ਤਾਂ ਬੈਰੀਅਰ ਪੋਟੈਂਸ਼ੀਅਲ ਘੱਟ ਹੋ ਜਾਂਦਾ ਹੈ। ਮੈਜੋਰਟੀ ਕੈਰੀਅਰ ਹੈ ਜਿਹੜੇ ਉਹ ਜੰਕਸ਼ਨ ਨੂੰ ਪਾਰ ਕਰਨਾ ਸ਼ੁਰੂ ਕਰਦੇ ਨੇ ਤੇ P ਖੇਤਰ ਤੋਂ ਕੁਝ ਹੋਲ ਜੰਕਸ਼ਨ ਨੂੰ ਪਾਰ ਕਰਕੇ N ਖੇਤਰ ਦੇ ਵਿੱਚ ਆਉਂਦੇ ਨੇ। N ਖੇਤਰ ਦੇ ਇਲੈਕਟ੍ਰੋਨਸ ਕੈਰੀਅਰ ਜੰਕਸ਼ਨ ਨੂੰ ਪਾਸ ਕਰਕੇ ਤੇ P ਖੇਤਰ ਦੇ ਵਿੱਚ ਜਾਂਦੇ ਨੇ। ਇਸ ਤਰ੍ਹਾਂ ਇੱਕ ਰੀਕੰਬੀਨੇਸ਼ਨ ਹੁੰਦੀ ਹੈ, ਹਰ ਕੇਸ ਦੇ ਵਿੱਚ ਰੀਕੰਬੀਨੇਸ਼ਨ ਹੁੰਦੀ ਹੈ ਜਿਹੜੀ ਕਿ ਊਰਜਾ ਵਿਕਿਰਤ ਕਰਦੀ ਹੈ। ਇਸ ਊਰਜਾ ਨੂੰ ਅਸੀਂ ਲਾਈਟ ਊਰਜਾ ਦੇ ਵਿੱਚ ਕਨਵਰਟ ਕਰ ਲੈਂਦੇ ਹਾਂ ਜਿਹੜੀ ਕਿ ਸਾਨੂੰ ਲਾਈਟ ਦੇ ਰੂਪ ਦੇ ਵਿੱਚ ਪ੍ਰਾਪਤ ਹੁੰਦੀ ਹੈ। ਨੈਕਸਟ ਆ ਗਿਆ ਆਪਣੇ ਕੋਲ ਟਨਲ ਡਾਇਡ। ਟਨਲ ਡਾਇਡ ਜਿਵੇਂ ਕਿ ਨਾਮ ਤੋਂ ਹੀ ਸਿੱਧ ਹੁੰਦਾ ਹੈ, ਟਨਲ ਮਤਲਬ ਇੱਕ ਸੁਰੰਗ। ਜਦੋਂ ਇਹਦਾ PN ਜੰਕਸ਼ਨ ਬਣਾਇਆ ਜਾਂਦਾ ਹੈ ਤਾਂ ਇੱਕ ਬਹੁਤ ਹੀ ਤੰਗ ਸੁਰੰਗ ਟਾਈਪ ਦਾ ਰਸਤਾ ਇਲੈਕਟ੍ਰੋਨਾਂ ਦੇ ਲੰਘਣ ਵਾਸਤੇ ਰੱਖਿਆ ਜਾਂਦਾ ਹੈ ਤੇ ਜਦੋਂ ਘੱਟ ਵੋਲਟੇਜ ਦੇ ਉੱਤੇ ਜਿਹੜਾ ਕਰੰਟ ਹੈ, ਇਹਦੀ ਖਾਸੀਅਤ ਇਹ ਹੈ ਵੀ ਘੱਟ ਵੋਲਟੇਜ ਦੇ ਉੱਤੇ ਜਿਹੜਾ ਕਰੰਟ ਹੈ ਉਹ ਆਪਣੀ ਅਧਿਕਤਮ ਸੀਮਾ ਪਾਰ ਕਰ ਲੈਂਦਾ ਹੈ
ਤੇ ਜਿਹੜੇ ਇੱਕ ਇਲੈਕਟ੍ਰੋਨਸ ਨੇ ਉਹ ਸਿਰਫ ਇੱਕ ਤੰਗ ਰਸਤੇ ਦੇ ਰਾਹੀਂ ਹੀ ਫਲੋ ਕਰ ਪਾਉਂਦੇ ਨੇ। ਇਹਨੂੰ ਆਪਾਂ ਟਨਲ ਡਾਇਟ ਦੇ ਨਾਮ ਨਾਲ ਜਾਣਦੇ ਹਾਂ। ਤੇ ਹੁਣ ਆਪਾਂ ਇਹਨਾਂ ਨੂੰ ਫਿਜ਼ੀਕਲੀ ਇਹ ਕਿੱਦਾਂ ਦੇ ਦਿਖਦੇ ਨੇ, ਇਹਨਾਂ ਨੂੰ ਦੇਖਣ ਵਾਸਤੇ ਮੈਂ ਇੱਕ ਫਲੈਸ਼ਬੋਰਡ ਬਣਾਇਆ। ਇਹ ਫਿਜ਼ੀਕਲ ਸਾਰੇ ਡਾਇਟ ਤੁਹਾਨੂੰ ਕਿਸ ਤਰ੍ਹਾਂ ਦੇ ਮਾਰਕੀਟ ਦੇ ਵਿੱਚ ਉਪਲਬਧ ਨੇ, ਹੁਣ ਆਪਾਂ ਉਹਨਾਂ ਤੇ ਆਉਂਦੇ ਹਾਂ। ਸਿਗਨਲ ਡਾਇਟ ਹੈ, ਇਹ ਸਾਨੂੰ ਦੇਖਣ ਵਿੱਚ ਕਿਸ ਤਰ੍ਹਾਂ ਲੱਗਦਾ ਮਾਰਕੀਟ ਦੇ ਵਿੱਚ। ਜੇਕਰ ਅਸੀਂ ਪਰਚੇਜ ਕਰਨ ਜਾਵਾਂਗੇ ਤਾਂ ਸਾਨੂੰ ਜਿਹੜਾ ਸਿਗਨਲ ਡਾਇਟ ਹੈ ਉਹ ਇਸ ਤਰ੍ਹਾਂ ਦਾ ਨਜ਼ਰ ਆਵੇਗਾ। ਦੂਸਰਾ ਆ ਗਿਆ ਮੇਰੇ ਕੋਲੇ ਪਾਵਰ ਡਾਇਟ। ਪਾਵਰ ਡਾਇਟ ਕੀ ਹੈ ਵੀ ਵੱਖ-ਵੱਖ ਤਰ੍ਹਾਂ ਦੇ ਤੁਹਾਨੂੰ ਪਾਵਰ ਡਾਇਟ ਮਿਲਦੇ ਨੇ, ਜਿਵੇਂ ਰੇਟਿੰਗ ਦੇ ਮੁਤਾਬਕ ਹੈ ਕਿ ਘੱਟ ਰੇਟਿੰਗ ਦੇ ਕੁਝ ਇਸ ਤਰ੍ਹਾਂ ਦੇ ਆਉਣਗੇ, ਉਸ ਤੋਂ ਹਾਇਰ ਰੇਟਿੰਗ ਦੇ ਇਹ ਵਾਲੇ ਪਾਵਰ ਡਾਇਟ ਨੇ, ਉਸ ਤੋਂ ਵੀ ਹਾਇਰ ਡਾਇਟ ਜਿਹੜੇ ਆਮ ਤੌਰ ਤੇ ਮਸ਼ੀਨਾਂ ਦੇ ਵਿੱਚ ਰੈਕਟੀਫਾਇਰ ਦੇ ਤੌਰ ਦੇ ਉੱਤੇ ਯੂਜ਼ ਹੁੰਦੇ ਨੇ, ਉਹ ਇਹ ਡਾਇਟ ਆਉਂਦੇ ਨੇ, ਇਹ ਪਾਵਰ ਡਾਇਟ ਕਹਾਉਂਦੇ ਨੇ। ਤੀਸਰਾ ਆ ਗਿਆ ਆਪਣੇ ਕੋਲੇ ਲੇਜ਼ਰ ਡਾਇਟ। ਲੇਜ਼ਰ ਡਾਇਟ ਜਿਸ ਤੋਂ ਆਪਾਂ ਜਿਹੜੀ ਇੱਕ ਇਹਦੇ ਅੱਗੇ ਇੱਕ ਲੈਂਜ ਲੱਗਿਆ ਹੁੰਦਾ ਜਿਹਦੇ ਨਾਲ ਆਪਾਂ ਜਿਹੜੀ ਇਹਦੀ ਲਾਈਟ ਹੈ ਇਹਨੂੰ ਫੋਕਸ ਕਰਕੇ ਅੱਗੇ ਇੱਕ ਜਗ੍ਹਾ ਤੇ ਪਾਉਂਦੇ ਆ। ਇਹ ਦੇਖਣ ਦੇ ਵਿੱਚ ਲੇਜ਼ਰ ਡਾਇਟ ਤੁਹਾਨੂੰ ਇਸ ਤਰ੍ਹਾਂ ਦਾ ਮਿਲੂਗਾ। ਔਰ ਉਸ ਤੋਂ ਅੱਗੇ ਆ ਗਿਆ ਜੀਨਰ ਡਾਇਟ। ਜੀਨਰ ਡਾਇਟ ਮੋਸਟਲੀ ਰਿਵਰਸ ਬੈਸਿੰਗ ਦੇ ਵਿੱਚ ਕੰਮ ਕਰਦਾ ਤੇ ਇਹ ਦੇਖਣ ਦੇ ਵਿੱਚ ਇਸ ਤਰ੍ਹਾਂ ਦੇ ਤੁਹਾਨੂੰ ਜੀਨਰ ਡਾਇਟ ਆਮ ਸਰਕਟਾਂ ਦੇ ਵਿੱਚ ਲੱਗੇ ਹੋਏ ਮਿਲਣਗੇ। ਉਸ ਤੋਂ ਆ ਗਿਆ ਜੀ ਵੈਕਟਰ ਡਾਇਟ। ਵੈਕਟਰ ਡਾਇਟ ਦੇ ਸਿਰਫ ਇਹ ਤੁਹਾਨੂੰ ਟ੍ਰਾਂਜਿਸਟਰ ਵਾਂਗੂ ਲੱਗੂਗਾ, ਲੇਕਿਨ ਇਹਦੀਆਂ ਜਿਹੜੀਆਂ ਲੈਗਜ਼ ਨੇ ਉਹ ਸਿਰਫ 2 ਹੋਣਗੀਆਂ, ਉਹਨੂੰ ਤੁਸੀਂ ਵੈਕਟਰ ਡਾਇਟ ਦੇ ਨਾਮ ਨਾਲ ਜਾਣਾਂਗੇ। ਲਾਈਟ ਇਮਿਟਿੰਗ ਡਾਇਟ, ਜਿਹਨੂੰ ਤੁਸੀਂ LED ਦੇ ਨਾਮ ਨਾਲ ਜਾਣਦੇ ਹੋ, ਇਹ ਵੱਖ-ਵੱਖ ਤਰ੍ਹਾਂ ਦੇ ਤੁਹਾਨੂੰ ਮਾਰਕੀਟ ਦੇ ਵਿੱਚੋਂ ਆਮ ਮਿਲਦੇ ਨੇ। ਇਹਨਾਂ ਬਾਰੇ ਕੁਝ ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਸੀਂ ਆਮ ਦੇਖਦੇ ਹੋ ਹਰ ਇੱਕ ਜਗ੍ਹਾ ਤੇ LED ਲੱਗਿਆ ਹੋਇਆ। ਫੋਟੋ ਡਾਇਟ। ਫੋਟੋ ਡਾਇਟ ਇਸ ਤਰ੍ਹਾਂ ਦੇ ਦੇਖਣ ਨੂੰ ਲੱਗਦੇ ਨੇ, ਜਦੋਂ ਇਸ ਟੌਪ ਦੇ ਉੱਪਰ ਇਹਦੇ ਆਹ ਚੀਜ਼ ਦੇ ਉੱਪਰ ਲਾਈਟ ਪੈਂਦੀ ਹੈ ਤਾਂ ਇਹ ਆਪਣਾ ਕੰਮ ਕਰਨਾ ਸ਼ੁਰੂ ਕਰਦੇ ਨੇ। ਜ਼ਿਆਦਾਤਰ ਇਹ ਟਾਈਮ ਪੀਸ ਦੇ ਵਿੱਚ ਨਾਈਟ ਨੂੰ ਅਲਾਰਮ ਨਾ ਵੱਜੇ ਜਾਂ ਜਿਹੜੇ ਕਲੌਕ ਨੇ ਉਹ ਕੰਮ ਨਾ ਕਰਨ, ਲਾਈਟ ਬੰਦ ਦੇ ਉੱਤੇ ਤੁਹਾਨੂੰ ਡਿਸਟਰਬ ਨਾ ਕਰਨ, ਉੱਥੇ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ। ਜਾਂ ਸਟਰੀਟ ਲਾਈਟਾਂ ਦੇ ਤੌਰ ਦੇ ਉੱਤੇ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ। ਫਾਸਟ ਸਟ੍ਰੇਂਜਰ ਗਲਾਸ ਸਿਗਨਲ ਡਾਇਟ ਹੈ, ਇਹ ਇਸ ਤਰ੍ਹਾਂ ਦੇ ਮਿਲਦੇ ਨੇ ਆਪਾਂ ਨੂੰ। ਟ੍ਰਿਗਰ ਡਾਇਟ, ਇਹ ਨੀਚੇ ਮੈਂ ਟ੍ਰਿਗਰ ਡਾਇਟ ਲਗਾਏ ਨੇ। ਉਸ ਤੋਂ ਅੱਗੇ ਡਬਲ ਡਾਇਟ, ਜਿਹਨੂੰ ਆਪਾਂ ਟ੍ਰਾਂਜਿਸਟਰ ਦੇ ਨਾਮ ਨਾਲ ਜਾਣਦੇ ਆ, ਉਹ ਵੀ ਮੈਂ ਇਹਦੇ ਤੇ ਸ਼ੋ ਕੀਤਾ ਹੋਇਆ। ਹੁਣ ਡਬਲ ਡਾਇਟ ਟ੍ਰਾਂਜਿਸਟਰ ਦੀ ਆਪਾਂ ਗੱਲ ਕਰਦੇ ਆ, ਇਹਦਾ ਆਪਾਂ ਇੱਕ ਵਾਰ ਫਲੈਸ਼ ਕਾਰਡ ਦੇਖਦੇ ਆ। ਹੁਣ ਆਪਾਂ ਗੱਲ ਕਰਾਂਗੇ ਟ੍ਰਾਂਜਿਸਟਰ ਦੀ। ਟ੍ਰਾਂਜਿਸਟਰ ਮੋਸਟਲੀ 2 ਤਰ੍ਹਾਂ ਦੇ ਹੁੰਦੇ ਨੇ, PNP ਟਾਈਪ ਤੇ NPN ਟਾਈਪ। ਜਿਹੜਾ ਟ੍ਰਾਂਜਿਸਟਰ ਹੈ ਇਹਨੂੰ ਡਬਲ ਡਾਇਟ ਵੀ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹਦੇ ਵਿੱਚ ਜਿਹੜੇ ਡਿਪਲੇਸ਼ਨ ਲੇਅਰ ਹੁੰਦੀਆਂ ਨੇ 2 ਨੇ। ਡਾਇਟ ਦੇ ਵਿੱਚ ਆਪਣੇ ਕੋਲ ਜਦੋਂ ਜੰਕਸ਼ਨ ਕਰਦੇ ਆ ਤਾਂ ਇੱਕ ਹੈ, ਇਹਦਾ 2 ਜਗ੍ਹਾ ਤੇ ਜੰਕਸ਼ਨ ਹੁੰਦਾ। ਇੱਕ ਆਪਾਂ P ਤੋਂ N ਟਾਈਪ ਦਾ ਜੰਕਸ਼ਨ ਕੀਤਾ ਹੈ, ਉਸ ਤੋਂ ਬਾਅਦ N ਤੋਂ ਫਿਰ P ਟਾਈਪ ਦਾ ਜੰਕਸ਼ਨ ਕੀਤਾ ਹੈ। ਜਿਹੜਾ ਇਹਦਾ ਵਿਚਲਾ ਪਾਰਟ ਹੈ ਇਹਨੂੰ ਬੇਸ ਕਿਹਾ ਜਾਂਦਾ ਹੈ। ਇਹ ਆਮ ਤੌਰ ਤੇ ਥਿਕਨੈਸ ਇਹਦੀ ਘੱਟ ਰੱਖੀ ਜਾਂਦੀ ਹੈ ਤੇ ਇਸ ਨੂੰ ਇਲੈਕਟਰ ਕਿਹਾ ਜਾਂਦਾ ਹੈ, ਇਮਿਟਰ ਕਿਹਾ ਜਾਂਦਾ ਹੈ। ਇਮਿਟਰ ਤੋਂ ਬਾਅਦ ਇਹ ਕਲੈਕਟਰ ਹੈ, ਕਲੈਕਟਰ ਵੱਡਾ ਰੱਖਿਆ ਜਾਂਦਾ ਹੈ, ਇਮਿਟਰ ਇਸ ਤੋਂ ਛੋਟਾ ਰੱਖਿਆ ਜਾਂਦਾ ਹੈ। ਯਾਨੀ ਕਿ ਸਭ ਤੋਂ ਛੋਟਾ ਬੇਸ ਹੁੰਦਾ ਹੈ, ਉਸ ਤੋਂ ਬਾਅਦ ਇਮਿਟਰ, ਉਸ ਤੋਂ ਅੱਗੇ ਵੱਡਾ ਕਲੈਕਟਰ। ਇਹਦਾ ਜਿਹੜਾ ਸਿੰਬਲ ਹੈ ਉਹ ਇਸ ਤਰ੍ਹਾਂ ਹੁੰਦਾ, ਜਿਹੜਾ ਆਪਾਂ ਜੇਕਰ ਤੁਸੀਂ ਡਰਾਇੰਗ ਦੇ ਵਿੱਚ ਸਿੰਬਲ ਪੜੋਗੇ ਤਾਂ ਇਸ ਤਰ੍ਹਾਂ ਦਾ ਹੁੰਦਾ। ਹੁਣ ਦੂਸਰੇ ਟਾਈਪ ਦੇ ਉੱਤੇ NPN ਟ੍ਰਾਂਜਿਸਟਰ ਹੈ। NPN ਦੇ ਵਿੱਚ ਵੀ ਕੀ ਹੈ, ਇਹਦੀ ਜਿਹੜੀ ਡੋਪਿੰਗ ਹੈ ਉਹ ਇੱਕ ਵਿਸ਼ੇਸ਼ ਵਿਧੀ ਨਾਲ ਕੀਤੀ ਜਾਂਦੀ ਹੈ। ਜਿਹੜਾ P ਟਾਈਪ ਹੈ ਯਾਨੀ ਕਿ ਜਿਹੜਾ ਬੇਸ ਹੈ ਉਹਦੇ ਵਿੱਚ ਘੱਟ ਤੋਂ ਘੱਟ ਡੋਪਿੰਗ ਕੀਤੀ ਹੁੰਦੀ ਹੈ ਤੇ N ਦੇ ਵਿੱਚ ਉਸ ਤੋਂ ਜ਼ਿਆਦਾ ਡੋਪਿੰਗ, ਤੇ ਉਸ ਤੋਂ ਅੱਗੇ ਆ ਗਿਆ ਜਿਹੜਾ ਕਲੈਕਟਰ ਹੈ ਉਹਦੀ ਸਭ ਤੋਂ ਜ਼ਿਆਦਾ ਡੋਪਿੰਗ। ਮਤਲਬ ਸਭ ਤੋਂ ਘੱਟ ਡੋਪਿੰਗ ਬੇਸ ਤੇ ਹੁੰਦੀ ਹੈ, ਉਸ ਤੋਂ ਬਾਅਦ ਇਮਿਟਰ ਦੇ ਉੱਤੇ ਉਸ ਤੋਂ ਬੇਸ ਤੋਂ ਜ਼ਿਆਦਾ ਡੋਪਿੰਗ, ਤੇ ਕਲੈਕਟਰ ਦੇ ਉੱਤੇ ਇਮਿਟਰ ਤੋਂ ਵੀ ਜ਼ਿਆਦਾ ਡੋਪਿੰਗ ਕੀਤੀ ਜਾਂਦੀ ਹੈ ਜਦੋਂ ਇਹਨੂੰ ਬਣਾਇਆ ਜਾਂਦਾ ਹੈ। ਤੇ ਇਹਦਾ ਜਿਹੜਾ ਸਿੰਬਲ ਹੈ ਉਹ ਇਸ ਤਰ੍ਹਾਂ ਦਾ, ਜੋ ਡਰਾਇੰਗ ਦੇ ਵਿੱਚ ਤੁਸੀਂ ਦੇਖੋਗੇ। ਫਰਕ ਕੀ ਹੈ? ਸਿਰਫ ਇਹ ਤੀਰ ਦੇ ਨਿਸ਼ਾਨ ਦਾ ਤੁਹਾਨੂੰ ਫਰਕ ਨਜ਼ਰ ਆਊਗਾ PNP ਤੇ NPN ਦੇ ਵਿੱਚ। ਇਹ ਕੀ ਹੈ ਨੇ? ਟ੍ਰਾਂਜਿਸਟਰ ਨੇ, ਜਿਹਨੂੰ ਅਸੀਂ ਡਬਲ ਡਾਇਟ ਦੇ ਨਾਮ ਨਾਲ ਜਾਣਦੇ ਹਾਂ। ਹਾਂਜੀ, ਜਿਹੜੇ ਸਾਡੇ ਕੋਲੇ ਪਾਵਰ ਡਾਇਟ ਸੀ, ਪਾਵਰ ਡਾਇਟ ਦੀ ਜਿਹੜੀ ਜ਼ਿਆਦਾਤਰ ਵਰਤੋਂ ਕੀਤੀ ਜਾਂਦੀ ਹੈ ਉਹ ਰੈਕਟੀਫਾਇਰ ਦੇ ਰੂਪ ਦੇ ਵਿੱਚ ਕੀਤੀ ਜਾਂਦੀ ਹੈ। ਰੈਕਟੀਫਾਇਰ ਨੂੰ ਬਣਾਉਣ ਵਾਸਤੇ ਕੀ ਕਰਦੇ ਹਾਂ ਅਸੀਂ ਵੀ ਇੱਕ ਅਸੀਂ ਟਰਾਂਸਫਾਰਮਰ ਲੈਂਦੇ ਹਾਂ, ਕੋਈ ਵੀ ਸਟੈਪ ਡਾਊਨ ਟਰਾਂਸਫਾਰਮਰ, ਜਿਹੜਾ 230 ਵੋਲਟ ਤੋਂ ਸਾਨੂੰ ਜਿੰਨੀ ਵੀ ਸਪਲਾਈ ਚਾਹੀਦੀ ਆ, 12 ਵੋਲਟ 24 ਵੋਲਟ ਜਾਂ 6 ਵੋਲਟ, ਅਸੀਂ ਉਨੀ ਉਹਦੀ ਆਊਟਪੁੱਟ ਦਾ ਇੱਕ ਟਰਾਂਸਫਾਰਮਰ ਲੈਂਦੇ ਹਾਂ, ਜਿਹਦੀ ਸੈਕੰਡਰੀ ਹੈ ਜਿਹੜੀ ਇਹਦੀ ਇਸ ਤੇ ਡਰਾਇੰਗ ਤੇ ਸ਼ੋ ਕੀਤਾ ਹੈ 0 ਤੋਂ 12 ਵੋਲਟ ਦੀ ਹੈ। ਉਸ ਤੋਂ ਬਾਅਦ ਅਸੀਂ ਇਹਦੇ ਆਊਟਪੁੱਟ ਦੇ ਪੋਜ਼ਿਟਿਵ ਹਾਫ ਸਾਈਕਲ ਦੇ ਉੱਪਰ ਇੱਕ ਡਾਇਟ ਨੂੰ ਲਗਾਉਂਦੇ ਹਾਂ ਤੇ ਉਸ ਤੋਂ ਅੱਗੇ ਲੋਡ ਲਗਾਉਂਦੇ ਹਾਂ। ਲੋਡ ਲਗਾਉਣ ਤੋਂ ਬਾਅਦ ਕੀ ਹੈ ਵੀ ਇਹ ਸਿਰਫ ਇੱਕ ਸਾਈਕਲ ਨੂੰ ਹੀ
DC ਦੇ ਵਿੱਚ ਕਨਵਰਟ ਕਰਦਾ ਹੈ। ਮਤਲਬ ਜਿਹੜਾ ਇਹ AC ਦੀ ਸਪਲਾਈ ਆ ਰਹੀ ਹੈ, ਜੇਕਰ ਵੇਵ ਸ਼ੇਪ ਦੇ ਵਿੱਚ ਜਾਈਏ ਤਾਂ ਜਦੋਂ DC ਆਊਟਪੁੱਟ ਬਣ ਜਾਂਦੀ ਹੈ ਤਾਂ ਇਹ ਇਸ ਤਰ੍ਹਾਂ ਦੀ ਪਲਸ ਰੇਟ ਦੀ ਜਿਹੜੀ DC ਹੈ ਉਹ ਦੇਊਗਾ। ਮਤਲਬ ਇੱਕ ਸਾਈਡ ਦੇ ਉੱਤੋਂ ਇਸ ਤਰ੍ਹਾਂ ਇੱਕ ਸਾਈਡ ਨੂੰ ਇਹ ਮਿਨੀਮਾਈਜ਼ ਕਰੂਗਾ। ਹੁਣ ਅਸੀਂ ਇਹਦੇ ਪ੍ਰੈਕਟੀਕਲ ਰੂਪ ਦੇ ਵਿੱਚ ਦੇਖਦੇ ਹਾਂ। ਦੇਖੋ ਇਹ ਟਰਾਂਸਫਾਰਮਰ ਹੈ, ਇਹ ਇਹਦੀ ਜਿਹੜੀ 230 ਵੋਲਟ ਤੋਂ ਲੈ ਕੇ ਇਹਦੀ ਜਿਹੜੀ ਪ੍ਰਾਇਮਰੀ ਆ ਉਹ 230 ਵੋਲਟ ਹੈ ਤੇ ਜਿਹੜੀ ਸੈਕੰਡਰੀ ਹੈ ਉਹ ਇਹ 0 ਤੋਂ 12 ਵੋਲਟ ਤੱਕ ਲਈ ਹੈ ਅਸੀਂ। ਤੇ ਇਹਦਾ ਉਸ ਤੋਂ ਬਾਅਦ ਕੀ ਕੀਤਾ, ਆ ਦੋ ਅਸੀਂ ਸਪੇਸਰ ਲਗਾਏ ਨੇ ਡਾਇਡ ਨੂੰ ਖੜਾਉਣ ਵਾਸਤੇ। ਤੇ ਇੱਥੇ ਅਸੀਂ ਜਿਹੜਾ ਡਾਇਡ ਹੈ ਉਹ ਇਹਦੀ ਇੱਕ ਵਾਇਰ ਦੇ ਉੱਤੇ ਪੋਜ਼ਿਟਿਵ ਹਾਫ ਸਾਈਕਲ ਦੇ ਉੱਪਰ ਅਸੀਂ ਇਹਨੂੰ ਲਗਾਤਾ ਤੇ ਇਹਦੇ ਨਾਲ ਅਸੀਂ ਲੋਡ ਕਨੈਕਟ ਕੀਤਾ ਹੈ LED ਦੇ ਤੌਰ ਦੇ ਉੱਤੇ। ਤੇ ਜਿਹੜੀ ਦੂਸਰਾ ਤਾਰ ਹੈ ਉਹ ਦੇਖੋ ਅਸੀਂ ਸਿਰਫ ਡਾਇਰੈਕਟ ਲਾ ਰਹੇ ਹਾਂ। ਨੀਚੇ ਇਹਦੀ ਡਰਾਇੰਗ ਵੀ ਬਣਾਈ ਹੈ ਤੁਹਾਨੂੰ ਸਮਝਣ ਵਾਸਤੇ। ਹੁਣ ਜਦੋਂ ਅਸੀਂ ਇਹਨੂੰ ਸਪਲਾਈ ਦੇਵਾਂਗੇ ਤਾਂ ਇਹ ਵਰਕ ਕਰੂਗਾ। ਇਹ ਦੇਖੋ ਜਿਹੜੀ ਇਹਦੀ ਦੇਖੋ ਸਪਲਾਈ ਉਹ ਬਲਿੰਕ ਕਰ ਰਹੀ ਹੈ, ਪਲਸ ਰੇਟ ਹੈ। ਪਲਸ ਰੇਟ ਦਾ ਮਤਲਬ ਕਿਉਂ ਹੈ, ਕਿਉਂਕਿ ਜਿਹੜੀ ਇਹਦੀ DC ਆ ਉਹ ਪਿਓਰ ਨਹੀਂ ਹੈ, ਇਹ ਇਸ ਤਰ੍ਹਾਂ ਦੀ ਕਰਕੇ DC ਆ ਰਹੀ ਹੈ। ਇਹਦੇ ਕੋਲੇ ਇੱਥੇ ਦਿਖਾ, ਇਹਦੀ ਜਿਹੜੀ DC ਆ ਰਹੀ ਹੈ ਉਹ ਇਸ ਰੂਪ ਦੇ ਵਿੱਚ ਆ ਰਹੀ ਹੈ। ਇਹ ਦੇਖੋ ਇਸ ਰੂਪ ਦੇ ਵਿੱਚ, ਇਸੇ ਕਰਕੇ ਜਿਹੜੀ ਤੁਹਾਨੂੰ ਜਿਹੜੀ ਲਾਈਟ ਹੈ ਉਹ ਥੋੜੀ ਪਲਸਿੰਗ ਕਰਦੀ ਨਜ਼ਰ ਆਉਂਦੀ ਹੈ। ਇਹ ਹਾਫ ਵੇਵ ਰੈਕਟੀਫਾਇਰ ਤੋਂ ਬਾਅਦ ਹੁਣ ਅਸੀਂ 2 ਡੈਡ ਫੁੱਲ ਵੇਵ ਰੈਕਟੀਫਾਇਰ ਦੀ ਗੱਲ ਕਰਦੇ ਹਾਂ। 2 ਡੈਡ ਮਤਲਬ ਇਸ ਦੇ ਵਿੱਚ ਅਸੀਂ ਸਿਰਫ ਇੱਕ ਜਗ੍ਹਾ ਦੇ ਉੱਤੇ ਡੈਡ ਲਗਾਇਆ ਸੀ, ਜਿਹੜੀ ਕਿ ਇੱਕ ਸਾਈਕਲ ਦੇ ਉੱਪਰ ਪੋਜ਼ਿਟਿਵ ਹਾਫ ਸਾਈਕਲ ਦੇ ਉੱਪਰ ਹੀ ਅਸੀਂ ਡੈਡ ਲਗਾਇਆ ਸੀ। ਇਹਦੇ ਅਸੀਂ ਦੋਨੇ ਸਾਈਡਾਂ ਦੇ ਉੱਤੇ 2 ਡੈਡ ਲਗਾ ਕੇ ਫੁੱਲ ਵੇਵ ਰੈਕਟੀਫਾਇਰ ਬਣਾਉਣੇ ਆ। ਫੁੱਲ ਵੇਵ ਰੈਕਟੀਫਾਇਰ ਦੇ ਵਿੱਚ ਕੀ ਹੈ ਵੀ ਜਿਹੜੀ ਇੱਥੇ ਪਲਸ ਸਾਡੇ ਕੋਲ ਇੱਕ ਆ ਰਹੀ ਸੀਗੀ, ਆ ਜਿਹੜੀ ਮਿਸਿੰਗ ਪਲਸ ਸੀ ਇਹ ਵੀ ਇਹਦੇ ਵਿੱਚ ਇਹ ਫੁੱਲਫਿਲ ਹੋ ਜਾਂਦੀ ਹੈ। ਤੇ ਇਹਦੇ ਵਿੱਚ ਲਾਉਣ ਵਾਸਤੇ ਵੀ ਅਸੀਂ ਇੱਕ ਟਰਾਂਸਫਾਰਮਰ ਲੈਨੇ ਆ ਜਿਹਦੀ ਪ੍ਰਾਇਮਰੀ ਹੈ ਜਿਹੜੀ ਉਹ 230 ਵੋਲਟ ਹੁੰਦੀ ਹੈ ਔਰ ਸੈਕੰਡਰੀ ਦੇ ਵਿੱਚ ਅਸੀਂ 012 ਤੋਂ 12012 ਲੈ ਸਕਦੇ ਹਾਂ। 12012 ਦੇ ਵਿੱਚ ਕੀ ਹੈ ਵੀ ਅਸੀਂ ਦੋਨੇ ਸਾਈਡਾਂ ਦੇ ਉੱਤੇ ਉਹਦੇ ਡਾਇਡ ਲਗਾਵਾਂਗੇ। ਡਾਇਡ ਤੋਂ ਅੱਗੇ ਅਸੀਂ ਲੋਡ ਲਗਾਵਾਂਗੇ। ਹੁਣ ਆਪਾਂ ਇਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਦੇਖਦੇ ਹਾਂ। ਪ੍ਰੈਕਟੀਕਲ ਦੇ ਵਿੱਚ ਅਸੀਂ ਇੱਕ 12012 ਦਾ ਟਰਾਂਸਫਾਰਮਰ ਲਿਆ ਤੇ ਉਹਦੀ ਜਿਹੜੀ ਪ੍ਰਾਇਮਰੀ ਹੈ ਉਹਨੂੰ ਅਸੀਂ 230 ਵੋਲਟ ਸਪਲਾਈ ਦੇ ਨਾਲ ਜੋੜਿਆ ਜੇ ਦੇਖੋ ਇਸ ਤਰ੍ਹਾਂ। ਉਸ ਤੋਂ ਬਾਅਦ ਜਿਹੜੀ ਇਹਦੀ ਸੈਕੰਡਰੀ ਸਾਈਡ ਹੈ ਉਹਦੇ ਪੋਜ਼ਿਟਿਵ ਹਾਫ ਸਾਈਕਲ ਤੇ ਨੈਗੇਟਿਵ ਹਾਫ ਸਾਈਕਲ ਨੂੰ ਅਸੀਂ ਕੀ ਕੀਤਾ, ਇੱਕ ਡਾਇਡ ਦੇ ਨਾਲ ਜੋੜਿਆ। ਇਹ ਡਾਇਡ ਹੈ ਤੇ ਜਿਹੜੀ ਸੈਂਟਰ ਟੈਪਿੰਗ ਸੀ ਉਹਨੂੰ ਅਸੀਂ ਕਾਮਨ ਕੱਢ ਕੇ ਬਾਹਰ ਲੈ ਗਏ ਹਾਂ। ਉਸ ਤੋਂ ਬਾਅਦ ਕੀ ਕੀਤਾ ਹੈ ਵੀ ਇਹ ਡਾਇਡਾਂ ਦੀ ਜਿਹੜੀ ਸਪਲਾਈ ਹੈ ਦੋਨਾਂ ਨੂੰ ਅਸੀਂ ਇੱਥੇ ਲਿਆ ਕੇ ਕਾਮਨ ਕਰ ਲਿਆ। ਕਾਮਨ ਕਰਨ ਤੋਂ ਬਾਅਦ ਅਸੀਂ ਇਹਨਾਂ ਤੇ ਲੋਡ ਲਗਾਇਆ। ਲੋਡ ਦੇ ਵਿੱਚ ਇੱਕ ਤਾਰ ਦੇਖੋ ਲੋਡ ਦੀ ਇਹ ਕਾਮਨ ਸਪਲਾਈ ਤੇ ਲਗਾਈ ਹੋਈ ਹੈ ਜਿਹੜੀ ਦੋਨੋਂ ਡਾਇਡਾਂ ਦੇ ਥਰੂ ਆ ਰਹੀ ਹੈ, ਪੋਜ਼ਿਟਿਵ ਹਾਫ ਸਾਈਕਲ ਤੋਂ ਵੀ ਨੈਗੇਟਿਵ ਹਾਫ ਸਾਈਕਲ ਤੋਂ ਵੀ। ਤੇ ਜਿਹੜੀ ਇਹਦੀ 0 ਪੁਆਇੰਟ ਹੈ ਉਹ ਅਸੀਂ ਡਾਇਰੈਕਟ ਲਈ ਹੈ ਤੇ ਜਦੋਂ ਅਸੀਂ ਇਹਨੂੰ ਚਲਾਉਂਦੇ ਆ ਤਾਂ ਇਹ ਫੁੱਲ DC ਪਿਓਰ DC ਦੇ ਰੂਪ ਦੇ ਵਿੱਚ ਵਰਕ ਕਰ ਰਿਹਾ। ਦੇਖੋ ਬਲਬ ਦੇ ਵਿੱਚ ਤੁਸੀਂ ਰੋਸ਼ਨੀ ਦੇਖ ਰਹੇ ਹੋ ਸਾਰੀ ਇਕਸਾਰ ਮਿਲ ਰਹੀ ਹੈ। ਇਹ ਜਿਹੜਾ ਲੈਂਪ ਹੈ, ਲੈਂਪ ਦੀ ਜੋ ਲਾਈਟ ਹੈ ਇਹਦੇ ਵਿੱਚ ਕੋਈ ਕੰਪਨ ਜਾਂ ਇਹ ਟਿਮਟਮਾਉਂਦੀ ਨਹੀਂ ਹੈ ਤੇ ਬਿਲਕੁਲ ਇਕਸਾਰ ਲਾਈਟ ਚੱਲ ਰਹੀ ਹੈ। ਹੁਣ ਤੀਸਰੀ ਕਿਸਮ ਦਾ ਜਿਹੜਾ ਰੈਕਟੀਫਾਇਰ ਹੈ ਉਹ ਫੁੱਲ ਵੇਵ ਬ੍ਰਿਜ ਰੈਕਟੀਫਾਇਰ ਹੈ। ਬ੍ਰਿਜ ਦਾ ਮਤਲਬ ਇਹ 4 ਡੈਡਾਂ ਤੋਂ ਬਣਦਾ ਹੈ। ਅਸੀਂ 4 ਡੈਡਾਂ ਦਾ ਇਸ ਤਰ੍ਹਾਂ ਜੋੜ ਕੇ ਬ੍ਰਿਜ ਬਣਾਉਂਦੇ ਆ। ਇਹਦੇ ਵਿੱਚ 2 ਡੈਡ ਹਾਫ ਸਾਈਕਲ ਨੈਗੇਟਿਵ ਹਾਫ ਸਾਈਕਲ ਤੇ 2 ਡੈਡ ਪੋਜ਼ਿਟਿਵ ਹਾਫ ਸਾਈਕਲ ਤੇ ਵਰਕ ਕਰਦੇ ਨੇ। ਕਿਵੇਂ ਕੰਮ ਕਰਦੇ ਨੇ, ਇੱਕ ਟਾਈਮ ਦੇ ਉੱਤੇ D1 D2 ਫਾਰਵਰਡ ਵਾਇਸਿੰਗ ਹੋਣਗੇ ਤੇ D2 ਔਰ D4 ਰਿਵਰਸ ਵਾਇਸਿੰਗ ਹੋਣਗੇ। ਜਦੋਂ ਦੂਸਰਾ ਹਾਫ ਸਾਈਕਲ ਆਏਗਾ ਤਾਂ D2 D4 ਇਹ ਫਾਰਵਰਡ ਵਾਇਸਿੰਗ ਹੋ ਜਾਣਗੇ ਤੇ D1 ਤੇ D3 ਹੈ ਜਿਹੜੇ ਉਹ ਰਿਵਰਸ ਵਾਇਸਿੰਗ ਹੋ ਜਾਣਗੇ। ਤੇ ਇਹਦੇ ਨਾਲ ਜਿਹੜੀ ਪਲਸ ਰੇਟਿੰਗ ਹੈ ਉਹ ਪਲਸ ਰੇਟਿੰਗ DC ਆਊਟਪੁੱਟ ਸਪਲਾਈ ਸਾਨੂੰ ਮਿਲੂਗੀ। ਜੇਕਰ ਇਹਦੀ ਅਸੀਂ ਸਪਲਾਈ ਨੂੰ ਪਿਓਰ ਕਰਨਾ ਹੈ ਤਾਂ ਅੱਗੇ ਸਾਨੂੰ ਇਹਦੇ ਤੇ ਫਿਲਟਰ ਸਰਕਟ ਲਗਾਉਣਾ ਪਊਗਾ। ਫਿਲਟਰ ਸਰਕਟ ਦੇ ਵਿੱਚ ਕੀ ਹੈ ਵੀ ਅਸੀਂ ਇਹਦੇ ਪੈਰਲਲ ਦੇ ਵਿੱਚ ਇੱਕ ਕੈਪੈਸਿਟਰ ਲਗਾਉਂਦੇ ਆ। ਕੈਪੈਸਿਟਰ ਦੇ ਨਾਲ ਜਿਹੜੀ ਪਲਸ ਰੇਟਿੰਗ ਸਪਲਾਈ ਹੈ ਉਹਨੂੰ ਪਿਓਰੀਫਾਈ ਕੀਤਾ ਜਾਂਦਾ ਹੈ। ਇਹਨੂੰ ਬਣਾਉਣ ਵਾਸਤੇ ਵੀ ਸਾਨੂੰ ਇੱਕ ਟਰਾਂਸਫਾਰਮਰ 4 ਡਾਇਡਾਂ ਦੀ ਜ਼ਰੂਰਤ ਪੈਂਦੀ ਹੈ। ਇਹਦੇ ਕਨੈਕਸ਼ਨ ਕਿਸ ਤਰ੍ਹਾਂ ਨੇ ਉਹ ਆਓ ਮੈਂ ਤੁਹਾਨੂੰ ਇੱਧਰ ਪ੍ਰੈਕਟੀਕਲ ਕਰਕੇ ਦਿਖਾਉਣਾ। ਇਹਦੇ ਵਿੱਚ ਕੀ ਹੈ, ਅਸੀਂ ਇੱਕ ਟਰਾਂਸਫਾਰਮਰ ਲੈਂਦੇ ਆ 12012 ਦਾ ਟਰਾਂਸਫਾਰਮਰ ਹੈ ਦੇ ਜਿਹਦੀ ਪ੍ਰਾਇਮਰੀ ਹੈ 230 ਵੋਲਟ AC ਸਪਲਾਈ ਔਰ ਸੈਕੰਡਰੀ ਹੈ ਸਾਡੇ ਕੋਲੇ 12012 ਵੋਲਟ AC ਸਪਲਾਈ। ਹੁਣ ਜਦੋਂ ਅਸੀਂ ਇਹਨੂੰ ਸਪਲਾਈ ਦਿੰਦੇ ਆ ਤਾਂ ਇਹਦੀ ਜਿਹੜੀ ਇੱਕ ਹਾਫ ਸਾਈਕਲ ਦੀ ਪੋਜ਼ਿਟਿਵ ਹਾਫ ਸਾਈਕਲ ਦੀ ਲੀਡ ਹੈ ਉਹ ਅਸੀਂ ਬ੍ਰਿਜ ਦੇ ਇਸ ਪੁਆਇੰਟ ਦੇ ਉੱਤੇ ਲਗਾਉਂਦੇ ਆ ਤੇ ਦੂਸਰਾ ਹਾਫ ਸਾਈਕਲ ਹੈ ਜਿਹੜਾ ਉਹਨੂੰ ਬ੍ਰਿਜ ਦੇ ਇਸ ਪੁਆਇੰਟ ਤੇ ਲਗਾਉਂਦੇ ਆ। ਤੇ ਜਿਹੜੀ ਇਹਦਾ ਸੈਂਟਰ ਪੁਆਇੰਟ ਹੈ 0 ਟੈਪ ਹੈ ਉਹਨੂੰ ਅਸੀਂ ਨਹੀਂ ਯੂਜ਼ ਕਰਨਾ। ਇਹਦੇ ਵਿੱਚ ਸਿਰਫ ਪੋਜ਼ਿਟਿਵ ਹਾਫ ਸਾਈਕਲ ਤੇ ਨੈਗੇਟਿਵ ਹਾਫ ਸਾਈਕਲ ਨੂੰ ਹੀ ਅਸੀਂ ਯੂਜ਼ ਕਰਾਂਗੇ।
ਉਸ ਤੋਂ ਬਾਅਦ ਜਿਹੜੇ ਡਾਇਡ ਲਗਾਣੇ ਨੇ ਉਹਨਾਂ ਦੀ ਪੋਲੈਰਿਟੀ ਚੈੱਕ ਕਰ ਲੈਣੇ। ਡਾਇਡ ਦੀ ਪੋਲੈਰਿਟੀ ਹੈ ਜਿਹੜੀ ਨੋਡ ਉਹਦਾ ਇਸ ਸਾਈਡ ਤੇ ਹੋਣਾ ਚਾਹੀਦਾ, ਦੂਸਰੇ ਡਾਇਡ ਦਾ ਨੋਡ ਇੱਧਰ, ਤੀਸਰੇ ਡਾਇਡ ਦਾ ਨੋਡ ਇੱਥੇ ਔਰ ਚੌਥੇ ਡਾਇਡ ਦਾ ਨੋਡ ਇਸ ਜਗ੍ਹਾ ਦੇ ਉੱਤੇ ਆਊਗਾ। ਤੇ ਹੁਣ ਜਦੋਂ ਅਸੀਂ ਸਪਲਾਈ ਲਗਾਉਣੇ ਆ ਤਾਂ ਦੇਖਾਂਗੇ ਕਿ ਇਸ ਪੁਆਇੰਟ ਦੇ ਉੱਪਰ ਅਸੀਂ ਜਿਹੜੀ ਵੋਲਟੇਜ ਆ ਉਹ ਪ੍ਰਾਪਤ ਕਰ ਪਾਵਾਂਗੇ। ਇਹ ਦੇਖੋ ਇੱਕ ਤਾਰ ਅਸੀਂ ਲੋਡ ਦੀ ਇਸ ਜਗ੍ਹਾ ਤੇ ਲਗਾਣੀ ਹੈ, ਇਸ ਪੁਆਇੰਟ ਦੇ ਉੱਤੇ ਨੈਗੇਟਿਵ ਹਾਫ ਸਾਈਕਲ ਆਊਗਾ ਤੇ ਪੋਜ਼ਿਟਿਵ ਜਿਹੜੀ ਸਪਲਾਈ ਮਿਲਣੀ ਹੈ ਉਹ ਸਾਨੂੰ ਇਸ ਹਾਫ ਤੋਂ ਇਸ ਪੁਆਇੰਟ ਤੋਂ ਮਿਲੂਗੀ ਤੇ ਅਸੀਂ ਇਹਦੇ ਨਾਲ ਲੋਡ ਕਨੈਕਟ ਕਰਕੇ ਇਹਨੂੰ ਯੂਜ਼ ਕਰ ਲੈਂਦੇ ਆ। ਪਰ ਜਿਹੜੀ ਇਹਦੀ ਸਪਲਾਈ ਹੈ ਆਊਟਪੁੱਟ ਸਪਲਾਈ ਆ ਉਹ ਵੀ ਪਲਸ ਰੇਟਿੰਗ ਹੀ ਹੈ। ਇਹਨੂੰ ਪਿਓਰ ਕਰਨ ਵਾਸਤੇ ਅਸੀਂ ਇਹਦੇ ਪੈਰਲਲ ਦੇ ਵਿੱਚ ਜਿਹੜੀ ਆਊਟਪੁੱਟ ਹੈ ਇਹਦੇ ਪੈਰਲਲ ਦੇ ਵਿੱਚ ਕਪੈਸਿਟਰ ਲਗਾ ਕੇ ਇਹਨੂੰ ਹੋਰ ਪਿਓਰੀਫਾਈ ਕਰ ਸਕਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਡਾਇਓਡ ਹੈ ਇਹ ਨੈਗੇਟਿਵ ਜਾਂ ਪੋਜ਼ਿਟਿਵ ਇੱਕ ਹੀ ਹਾਫ ਸਾਈਕਲ ਤੇ ਕਿਵੇਂ ਕੰਮ ਕਰਦਾ। ਇਹਦਾ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਉਣਾ ਵੀ ਇੱਕੋ ਹੀ ਸਾਈਕਲ ਹੈ ਉਹ ਇਹਦੇ ਵਿੱਚ ਦੀ ਪਾਸ ਹੋਊਗਾ। ਜੇਕਰ ਨੈਗੇਟਿਵ ਸਾਈਕਲ ਹੈ ਤਾਂ ਉਹਨੂੰ ਬਲੌਕ ਕਰੂਗਾ, ਜੇਕਰ ਇਹ ਪੋਜ਼ਿਟਿਵ ਸਾਈਕਲ ਆ ਉਹਨੂੰ ਪਾਸ ਕਰੂਗਾ। ਕਿੱਦਾਂ ਆਪਾਂ ਇਹਨੂੰ ਚੈੱਕ ਕਰ ਸਕਦੇ ਹਾਂ? ਦੇਖੋ ਮੈਂ ਇੱਕ ਇਹ ਡਾਇਡ ਲਗਾਇਆ, ਇਹਦੇ ਉੱਤੇ ਜਿਹੜੀ ਏਸੀ ਸਪਲਾਈ ਦੀ ਤਾਰ ਹੈ ਇੱਕ ਇਹਨੂੰ ਇੱਥੇ ਕਨੈਕਟ ਕੀਤੀ ਹੈ, ਦੂਸਰੀ ਮੈਂ ਲੈਂਪ ਹੋਲਡਰ ਨੂੰ ਕਨੈਕਟ ਕੀਤੀ ਹੈ। ਜਿਹੜੀ ਲੈਂਪ ਹੋਲਡਰ ਦੀ ਦੂਸਰੀ ਤਾਰ ਹੈ ਨਿਊਟਰਲ ਵਾਲੀ ਤਾਰ ਹੈ ਉਹਨੂੰ ਮੈਂ ਸਿੱਧਾ ਡਾਇਰੈਕਟ ਕਨੈਕਟ ਕੀਤਾ ਹੈ। ਹੁਣ ਇਹਨੂੰ ਮੈਂ ਸਪਲਾਈ ਦੇ ਰਿਹਾ। ਦੇਖੋ ਇਹ ਸਪਲਾਈ ਦੇਣ ਦੇ ਉੱਤੇ ਜਿਹੜਾ 50 ਹਰਟਜ਼ ਦੀ ਸਪਲਾਈ ਜਾ ਰਹੀ ਹੈ। ਹੁਣ ਇਹਦੀ ਜਿਹੜੀ ਵੋਲਟੇਜ ਹੈ ਉਹ ਤੁਸੀਂ ਚੈੱਕ ਕਰ ਸਕਦੇ ਹੋ ਵੀ ਇਹ ਵੋਲਟੇਜ ਇਹਦੇ 'ਚ ਇੱਕ ਹੀ ਹਾਫ ਸਾਈਕਲ ਜਾ ਰਿਹਾ। ਹੁਣ ਜਾਂ ਤਾਂ ਤੁਸੀਂ ਨੈਗੇਟਿਵ ਮੰਨ ਸਕਦੇ ਹੋ ਉਹਨੂੰ ਜਾਂ ਪੋਜ਼ਿਟਿਵ ਮੰਨ ਸਕਦੇ ਹੋ। ਇੱਕ ਸਾਈਕਲ ਇਹਦੇ ਵਿੱਚ ਦੀ ਪਾਸ ਹੋ ਰਿਹਾ, ਦੂਜਾ ਸਾਈਕਲ ਜੇਕਰ ਪਾਸ ਕਰਨਾ ਹੈ ਤਾਂ ਮੈਂ ਇਹਨੂੰ ਡਾਇਡ ਨੂੰ ਸ਼ਾਰਟ ਕਰੂੰਗਾ। ਦੇਖੋ ਹੁਣ ਲਾਈਟ ਵੱਧ ਰਹੀ ਹੈ, ਇਟ ਮੀਨਸ ਦੋਨੇ ਸਾਈਕਲ ਪਾਸ ਹੋ ਰਹੇ ਨੇ। ਹੁਣ ਇੱਕ ਸਾਈਕਲ ਪਾਸ ਹੋ ਰਿਹਾ ਡਾਇਡ ਦੇ ਵਿੱਚ ਦੀ, ਹੁਣ ਇਹ ਦੋਨੇ ਸਾਈਕਲ ਪਾਸ ਹੋਣਗੇ। ਦੇਖੋ ਤਾਂ ਹੀ ਇਹਦੀ ਲਾਈਟ ਇਨਕਰੀਜ਼ ਹੋ ਰਹੀ ਹੈ ਕਿਉਂਕਿ ਹੁਣ ਇਹਨੂੰ ਦੋਨੇ ਲੈਂਪ ਨੂੰ ਦੋਨੇ ਸਾਈਕਲ ਮਿਲ ਰਹੇ ਨੇ ਤੇ ਹੁਣ ਸਿਰਫ ਇੱਕ ਹਾਫ ਸਾਈਕਲ ਜਾ ਰਿਹਾ ਇਹਦੇ ਵੱਲ। ਡਾਇਡ ਦੀ ਵਰਕਿੰਗ ਚੈੱਕ ਕਰਦੇ ਆ ਵੀ ਡਾਇਡ ਕਿਸ ਤਰ੍ਹਾਂ ਡੀਸੀ ਬਣਾਉਂਦਾ ਔਰ ਕਿਵੇਂ ਉਹਦੇ ਤੇ ਇਫੈਕਟ ਪੈਂਦਾ। ਤੇ ਇਹ ਮੇਰੇ ਕੋਲ ਇੱਕ ਡੀਸੀ ਮੋਟਰ ਹੈ ਤੇ ਇਹ ਟਰਾਂਸਫਾਰਮਰ ਹੈ। ਆਪਾਂ ਇਸ ਨੂੰ ਲਗਾਇਆ, ਹੁਣ ਮੈਂ ਇਹਦੀ ਸਪਲਾਈ ਦੇਣ ਜਾ ਰਿਹਾ। ਇਹਨੂੰ ਮੈਂ ਸਪਲਾਈ ਨਾਲ ਕਨੈਕਟ ਕੀਤਾ ਤਾਂ ਇਹਦੀ ਜਿਹੜੀ ਦੂਸਰੀ ਤਾਰ ਹੈ ਉਹ ਮੈਂ ਇਹਦੇ ਨਾਲ ਲਗਾਈ। ਦੇਖੋ ਇਹ ਜਿਹੜਾ ਮੇਰੀ ਮੋਟਰ ਹੈ ਚੱਲ ਰਹੀ ਹੈ। ਕਿਉਂ ਚੱਲ ਰਹੀ ਹੈ? ਕਿਉਂਕਿ ਡਾਇਡ ਦੇ ਥਰੂ ਲਗਾਇਆ। ਜੇਕਰ ਮੈਂ ਇਹਨੂੰ ਡਾਇਡ ਦੇ ਥਰੂ ਨਾ ਲਗਾਵਾਂ, ਇਸ ਸਾਈਡ ਦੇ ਉੱਤੇ ਇਹਨੂੰ ਸਿੱਧਾ ਡਾਇਰੈਕਟ ਕਰੰਟ ਦੇਵਾਂ ਤੇ ਮੋਟਰ ਚੱਲਦੀ ਨਹੀਂ ਹੈ, ਇਹ ਵਾਈਬ੍ਰੇਟ ਕਰ ਰਹੀ ਹੈ। ਦੇਖੋ ਇਹ ਵਾਈਬ੍ਰੇਟ ਕਰ ਰਹੀ ਹੈ, ਨਹੀਂ ਚੱਲ ਰਹੀ। ਜਦੋਂ ਮੈਂ ਡਾਇਡ ਦੇ ਥਰੂ ਲਗਾਉਣਾ ਹੈ ਤਾਂ ਹੀ ਇਹ ਚੱਲਦੀ ਹੈ। ਇਟ ਮੀਨ ਵੀ ਡਾਇਡ ਹੈ ਜਿਹੜਾ ਮੇਰਾ ਉਹ ਡੀਸੀ ਸਪਲਾਈ ਬਣਾ ਕੇ ਦੇ ਰਿਹਾ ਤੇ ਤਾਂ ਹੀ ਇਹ ਮੇਰੀ ਮੋਟਰ ਚੱਲ ਰਹੀ ਹੈ। ਤੇ ਜੇਕਰ ਮੈਂ ਸਿੱਧੀ ਲਗਾਉਣਾ ਤਾਂ ਮੇਰੀ ਮੋਟਰ ਨਹੀਂ ਚੱਲਦੀ। ਇਹਦੀ ਨਾਲ ਸਾਨੂੰ ਡਾਇਡ ਦੀ ਵਰਕਿੰਗ ਸਿੱਧ ਹੁੰਦੀ ਹੈ ਵੀ ਜਿਹੜਾ ਡਾਇਡ ਹੈ ਉਹ ਸਾਡੇ ਕੋਲ ਏਸੀ ਦੇ ਉੱਤੋਂ ਡੀਸੀ ਬਣਾ ਕੇ ਦਿੰਦਾ। ਇਹ ਇਸ ਪ੍ਰੈਕਟੀਕਲ ਤੋਂ ਅਸੀਂ ਇਹ ਪ੍ਰੂਵ ਕਰਦੇ ਹਾਂ ਕਿਉਂਕਿ ਜਦੋਂ ਅਸੀਂ ਸਿੱਧਾ ਏਸੀ ਸਪਲਾਈ ਦਿੰਦੇ ਹਾਂ ਤਾਂ ਮੋਟਰ ਨਹੀਂ ਚੱਲਦੀ, ਜਦੋਂ ਡਾਇਡ ਦੇ ਥਰੂ ਦਿੰਦੇ ਹਾਂ ਤਾਂ ਇਹ ਚੱਲਦੀ ਹੈ। ਇਟ ਮੀਨ ਜਿਹੜਾ ਡਾਇਡ ਹੈ ਇਹ ਕਨਵਰਟ ਕਰ ਰਿਹਾ ਏਸੀ ਨੂੰ ਡੀਸੀ ਦੇ ਵਿੱਚ ਜੀ। ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਔਰ ਕਮੈਂਟ ਜ਼ਰੂਰ ਕਰਨਾ। ਧੰਨਵਾਦ ਜੀ।